ਮੁੱਖ ਮੰਤਰੀ ਸਾਹਿਬ ਨੇ ਉੱਥੇ ਕੀਤਾ ਹੀ ਕੁਛ ਨਹੀਂ। ਅੱਜ ਮੈਂ ਚੈਲੰਜ ਕਰ ਰਿਹਾ, ਇੱਕ ਚੈਲੰਜ ਉਦੋਂ ਦਿੱਤਾ ਸੀਗਾ, ਅੱਜ ਦੂਜਾ। ਜੇ 17 ਰੁਪਏ 91 ਪੈਸੇ ਦਾ ਇੱਕ ਵੀ ਸੋਲਰ ਦੀ ਪੇਮੈਂਟ ਪੰਜਾਬ ਸਰਕਾਰ ਕਰ ਰਹੀ ਹੈ ਤੇ ਜੇ ਉਹ ਸੱਚ ਹੈ ਤੇ ਮੈਂ ਆਪਦੀ ਵਿਧਾਨ ਸਭਾ ਤੋਂ ਅਸਤੀਫਾ ਦੇ ਦੂੰਗਾ, ਅਗਲੀ ਇਲੈਕਸ਼ਨ ਨਹੀਂ ਲੜੂੰਗਾ। ਤੇ ਜੇ ਇਹ ਸੱਚ ਨਹੀਂ ਹੈ ਫਿਰ ਗੱਪਾਂ ਮਾਰਨ ਵਾਲਾ ਚੰਨੀ, ਢੋਂਗ ਰਚਣ ਵਾਲਾ ਚੰਨੀ, ਝੂਠ ਬੋਲਣ ਵਾਲਾ ਚੰਨੀ ਇਹ ਅਸਤੀਫਾ ਦੇ ਦੇਵੇ, ਲੋਕਾਂ ਨੂੰ ਮੂਰਖ ਨਾ ਬਣਾਵੇ। ਪੰਜਾਬ ਸਰਕਾਰ ਵੱਲੋਂ ਬਿਜਲੀ ਸਮਝੌਤੇ ਰੱਦ ਕਰਨ ਨੂੰ ਲੈ ਕੇ ਕੀਤੇ ਜਾ ਰਹੇ ਪ੍ਰਚਾਰ ਤੇ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਨੇ ਵੱਡਾ ਹਮਲਾ ਬੋਲਿਆ। ਮਜੀਠੀਆ ਨੇ ਕਿਹਾ ਕਿ ਚੰਨੀ ਸਰਕਾਰ ਦੱਸੇ ਕਿ ਉਹਨਾਂ ਕਿਹੜੇ ਬਿਜਲੀ ਸਮਝੌਤੇ ਰੱਦ ਕੀਤੇ ਹੈ। ਪੰਜਾਬ ਸਰਕਾਰ ਨੇ ਮਹਿਜ਼ ਵਾਈਟ ਪੇਪਰ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਮਜੀਠੀਆ ਨੇ ਚੰਨੀ ਨੂੰ ਚੈਲੰਜ ਕੀਤਾ ਕਿ ਜੇਕਰ ਪੰਜਾਬ ਸਰਕਾਰ ਨੇ 17 ਰੁਪਏ 91 ਪੈਸੇ ਦੀ ਇੱਕ ਵੀ ਸੋਲਰ ਦੀ ਪੇਮੈਂਟ ਕੀਤੀ ਹੈ ਤਾਂ ਉਹ ਸਾਬਿਤ ਕਰਕੇ ਵਿਖਾਏ। ਮਜੀਠੀਆ ਨੇ ਕਿਹਾ ਕਿ ਜੇਕਰ ਇਹ ਸੱਚ ਹੈ ਤਾਂ ਮੈਂ ਵਿਧਾਨ ਸਭਾ 'ਚੋਂ ਅਸਤੀਫਾ ਦੇ ਦਿਆਂਗਾ ਤੇ ਚੋਣ ਨਹੀਂ ਲੜਾਂਗਾ, ਪਰ ਇਹ ਸੱਚ ਨਹੀਂ ਹੈ ਤਾਂ ਮੁੱਖ ਮੰਤਰੀ ਚੰਨੀ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। ਕਿਉਂਕਿ ਇਹ ਬੜਾ ਲੰਮਾ ਚੌੜਾ ਕਾਗਜ਼ ਮੈਂ ਤੁਹਾਡੇ ਕੋਲ ਲੈ ਕੇ ਆਇਆ, ਕੱਲੀ ਸੋਲਰ ਦੀ ਕਰੂੰ। ਇਹਦੇ 'ਚ ਕਹਿੰਦੇ ਪੰਜਾਬ ਰੀਨਿਊਏਬਲ ਐਨਰਜੀ ਸਿਕਿਉਰਿਟੀ ਰਿਫਾਰਮ ਟਰਮੀਨੇਸ਼ਨ ਐਂਡ ਰੀਡਿਟਰਮੀਨੇਸ਼ਨ ਆਫ ਪਾਵਰ ਟੈਰਿਫ ਬਿੱਲ। ਆਪ ਹੀ ਲਿਖਤਾ ਕਿ ਰੀਨੈਗੋਸ਼ੀਏਟ ਕਰਨ ਦੀ ਲੋੜ ਹੈ, ਕੈਂਸਲੇਸ਼ਨ ਨਹੀਂ ਹੈ। ਮੇਰਾ ਪਹਿਲਾ ਸਵਾਲ ਕਿ ਚੰਨੀ ਸਾਹਿਬ ਕਿਹੜਾ ਪੀਪੀਏ ਰੱਦ ਕੀਤਾ ਸੋਲਰ ਦਾ, ਮਾੜਾ ਜਿਹਾ ਮੇਰੇ ਸਾਹਮਣੇ ਤਾਂ ਰੱਖੋ। ਫਿਰ ਵੇਖੋ ਝੂਠ ਕਿੰਨਾ ਬੋਲਦੇ ਨੇ। ਆਹ ਵਾਈਟ ਪੇਪਰ ਦਿੱਤਾ ਉਹਦੇ 'ਚ, ਔਰ ਵਾਈਟ ਪੇਪਰ ਦੇ ਅਗਲੇ ਸਫੇ ਤੇ ਜਾ ਕੇ ਵੇਖੋ ਕੀ ਕਹਿ ਰਿਹਾ, ਮੈਸਿਵ ਇੰਸਟਾਲੇਸ਼ਨ ਆਫ ਹਾਈ ਕਾਸਟ ਸੋਲਰ ਐਂਡ ਅਦਰ ਰੀਨਿਊਏਬਲ ਐਨਰਜੀ। ਕਹਿੰਦੇ ਜੀ ਸੋਲਰ ਦੇ ਜਿਹੜੇ ਪ੍ਰੋਜੈਕਟ ਸੀ ਉਹ 17 ਰੁਪਏ 91 ਪੈਸੇ ਤੇ ਦਿੱਤੇ ਗਏ ਆ। ਇਹ ਉਹਨਾਂ ਦੇ ਬਿਆਨ ਨੇ ਵਿਧਾਨ ਸਭਾ ਦੇ ਅੰਦਰ, ਪਵਿੱਤਰ ਸਦਨ ਦੇ ਅੰਦਰ। ਜੇ ਸਦਨ ਦੇ ਵਿੱਚ ਲੋਕਾਂ ਦੇ ਭਲੇ ਲਈ ਕੋਈ ਕਾਨੂੰਨ ਬਣਦਾ ਔਰ ਸੱਚ ਬੋਲਣਾ ਬੜਾ ਜ਼ਰੂਰੀ ਹੁੰਦਾ, ਔਰ ਮੈਂ ਸਮਝਦਾ ਮੁੱਖ ਮੰਤਰੀ ਦੀ ਤਾਂ ਬੜੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਲੋਕਾਂ ਨੂੰ ਝੂਠ ਨਾ ਬੋਲੇ। ਮਗਰ ਝੂਠ ਬੋਲਣ ਤੋਂ ਸਿਵਾਏ ਮੁੱਖ ਮੰਤਰੀ ਸਾਹਿਬ ਨੇ ਉੱਥੇ ਕੀਤਾ ਹੀ ਕੁਛ ਨਹੀਂ। ਅੱਜ ਮੈਂ ਚੈਲੰਜ ਕਰ ਰਿਹਾ, ਇੱਕ ਚੈਲੰਜ ਉਦੋਂ ਦਿੱਤਾ ਸੀਗਾ, ਅੱਜ ਦੂਜਾ। ਜੇ 17 ਰੁਪਏ 91 ਪੈਸੇ ਦਾ ਇੱਕ ਵੀ ਸੋਲਰ ਦੀ ਪੇਮੈਂਟ ਪੰਜਾਬ ਸਰਕਾਰ ਕਰ ਰਹੀ ਹੈ ਤੇ ਜੇ ਉਹ ਸੱਚ ਹੈ ਤੇ ਮੈਂ ਆਪਦੀ ਵਿਧਾਨ ਸਭਾ ਤੋਂ ਅਸਤੀਫਾ ਦੇ ਦੂੰਗਾ, ਅਗਲੀ ਇਲੈਕਸ਼ਨ ਨਹੀਂ ਲੜੂੰਗਾ। ਤੇ ਜੇ ਇਹ ਸੱਚ ਨਹੀਂ ਹੈ ਫਿਰ ਇਹ ਗੱਪਾਂ ਮਾਰਨ ਵਾਲਾ ਚੰਨੀ, ਢੋਂਗ ਰਚਣ ਵਾਲਾ ਚੰਨੀ, ਝੂਠ ਬੋਲਣ ਵਾਲਾ ਚੰਨੀ ਇਹ ਅਸਤੀਫਾ ਦੇ ਦੇਵੇ, ਲੋਕਾਂ ਨੂੰ ਮੂਰਖ ਨਾ ਬਣਾਵੇ। ਔਰ ਮੈਨੂੰ ਬੜੀ ਹੈਰਾਨਗੀ ਹੋਈ, ਔਰ ਮੈਂ ਹੁਣ ਸਾਬਤ ਕਰ ਦੇਣਾ ਕਿ ਮੇਰੀ ਗੱਲ 'ਚ ਸੱਚ ਕੀ ਹੈ। ਵੇਖੋ 2012 ਤੋਂ 17 ਰੀਨਿਊਏਬਲ ਐਨਰਜੀ ਦੇ ਪ੍ਰੋਜੈਕਟ ਜਦ ਦਿੱਤੇ ਗਏ ਉਦੋਂ ਪ੍ਰਿੰਸੀਪਲ ਸੈਕਟਰੀ ਕੌਣ ਸੀ? ਅਨਿਰੁੱਧ ਤਿਵਾਰੀ ਜੀ। ਹੁਣ ਅਨਿਰੁੱਧ ਤਿਵਾਰੀ ਨੇ ਕੋਈ ਚੰਗੇ ਕੰਮ ਕੀਤੇ ਨੇ ਤਦੇ ਉਹਨੂੰ 4-5 ਅਫਸਰਾਂ ਨੂੰ ਸੁਪਰਸੀਡ ਕਰਕੇ ਉਹਨੂੰ ਅੱਜ ਇਹਨਾਂ ਨੇ ਚੀਫ ਸੈਕਟਰੀ ਲਾਇਆ, ਰਿਵਾਰਡ ਦਿੱਤਾ। ਚੀਫ ਸੈਕਟਰੀ 3-4 ਅਫਸਰ ਉਹਨਾਂ ਤੋਂ ਸੀਨੀਅਰ ਸੀ, ਮਗਰ ਉਹਨਾਂ ਨੂੰ ਚੀਫ ਸੈਕਟਰੀ ਲਾਤਾ। ਹੁਣ ਤੁਸੀਂ ਸਮਝਦੇ ਹੋ ਕਿ ਜਿਹੜਾ ਵਿਧਾਨ ਸਭਾ 'ਚ ਡਰਾਮਾ ਕਰ ਰਹੇ ਜੀ ਮੈਂ ਕਰਾ ਦੂੰ ਇਨਕੁਆਇਰੀ, ਤੇ ਕਰੋ ਆਪ ਤੇ ਚੀਫ ਸੈਕਟਰੀ ਦੀ ਇਨਕੁਆਇਰੀ। ਸਭ ਤੋਂ ਪਹਿਲਾਂ ਮੈਂ ਚੈਲੰਜ ਕਰਦਾ, ਹੈ ਹੀ ਕੁਛ ਨਹੀਂ। ਔਰ ਦੂਜੀ ਗੱਲ ਦੇਖੋ ਲੋਕਾਂ ਦਾ ਕਿਵੇਂ, ਇਹਨਾਂ ਦਾ ਭਾਵੇਂ ਉਹ ਠੋਕੋ ਤਾਲੀ ਆ ਤੇ ਭਾਵੇਂ ਇਹ ਆ, ਕੋਈ ਕੰਮ ਨਹੀਂ ਰਹਿ ਗਿਆ ਸਿਵਾਏ ਮੂਰਖ ਬਣਾਉਣ ਤੋਂ। ਜਿਵੇਂ ਥੁੱਕ ਚੱਟ ਕੇ ਹੁਣ ਮੁੜਿਆ ਨਾ ਪ੍ਰਧਾਨਗੀ ਲਈ, ਉਹ ਕੰਮ ਇੱਥੇ ਆ। ਕਿਹੜਾ ਪੀਪੀਏ ਰੱਦ ਹੈ? ਆਈ ਵਾਂਟ ਅ ਸਿੰਪਲ ਕੁਐਸਚਨ। ਪੀਪੀਏ ਰੱਦ ਕਰਨ ਦੀ ਇਹਨਾਂ ਕੋਲ ਤਾਕਤ ਹੀ ਨਹੀਂ ਹੈ। ਦੇਖੋ ਪੀਪੀਏ ਕੀ ਹੈ, ਇੰਡੀਅਨ ਇਲੈਕਟ੍ਰਿਸਿਟੀ ਐਕਟ ਬਣਿਆ 2003 ਦਾ, ਔਰ ਇਹ ਜਿਹੜਾ ਬਿਜਲੀ ਹੈ ਇਹ ਕੰਕਰੰਟ ਲਿਸਟ 'ਚ ਹੈ। ਇੱਕ ਸਟੇਟ ਲਿਸਟ ਹੁੰਦੀ ਹੈ, ਇੱਕ ਸੈਂਟਰਲ ਲਿਸਟ ਹੁੰਦੀ ਹੈ, ਕੰਕਰੰਟ ਲਿਸਟ ਹੁੰਦੀ ਹੈ। ਫਿਰ ਉਹ ਜਿਹੜੇ ਰੱਟੇ 'ਚ ਖੇਤੀ ਕਾਨੂੰਨ ਪਏ ਆ ਉਹ ਸੇਮ ਚੀਜ਼ ਇੱਥੇ ਹੈ। ਇਹ ਵਿਧਾਨ ਸਭਾ ਦਾ ਕੋਈ ਅਧਿਕਾਰ ਖੇਤਰ ਨਹੀਂ ਸੀ, ਇਹ ਤਾਂ ਕੰਮ ਉਹ ਸ਼ੁਰੂ ਕਰਤਾ
ਕਿ ਗੁਜਰਾਤ ਦੀ ਸਰਕਾਰ ਜਾਂ ਮੱਧ ਪ੍ਰਦੇਸ਼ ਦੀ ਸਰਕਾਰ ਕੋਈ ਬਿੱਲ ਪਾਸ ਕਰੇ ਆਪਦੇ ਵਿਧਾਨ ਸਭਾ 'ਚ, ਤੇ ਪੰਜਾਬ ਸਰਕਾਰ ਆਪ ਦਾ ਸੈਸ਼ਨ ਬੁਲਾ ਕੇ ਕਵੇ ਅਸੀਂ ਮੱਧ ਪ੍ਰਦੇਸ਼ ਦੇ ਕਾਨੂੰਨ ਨੂੰ ਰੱਦ ਕਰਦੇ? ਕੋਈ ਹੋ ਸਕਦਾ? ਉਹੀ ਹਾਲ ਬਿਜਲੀ ਸਮਝੌਤਿਆਂ 'ਚ ਕੀਤਾ ਹੋਇਆ ਕਿ ਦਿਸ ਇਜ਼ ਕਨਕਰੰਟ ਲਿਸਟ, ਆਈਟਮ ਨੰਬਰ 38 ਇਹ ਕਨਕਰੰਟ ਲਿਸਟ 'ਚ ਹੈ ਇਲੈਕਟ੍ਰਿਸਿਟੀ। ਇਹ ਅੰਡਰ ਸੈਂਟਰਲ ਐਕਟ ਬਣੇ ਨੇ। ਇਹਨਾਂ ਨੂੰ ਪੰਜਾਬ ਦੀ ਸਰਕਾਰ, ਵਿਧਾਨ ਸਭਾ ਪੰਜਾਬ ਦੀ ਨਹੀਂ ਰੱਦ ਕਰ ਸਕਦੀ। ਭੰਬਲ ਭੂਸਾ ਕੇਵਲ ਇੱਕ ਵਿਧਾਨ ਸਭਾ ਦਾ ਡਰਾਮਾ। ਔਰ ਜੇ ਰੱਦ ਕਰਨਾ ਹੀ ਚਾਹੁੰਦੇ ਸੀ ਪੰਜਾਬ ਦੇ ਕੋਈ ਪੀਪੀਏ ਜਿਹੜੇ ਨੇ, ਤੇ ਫਿਰ ਕੈਬਨਿਟ 'ਚ ਫੈਸਲਾ ਕਰਦੇ। ਜਿਹੜੀ ਗੱਲ ਮੈਂ ਉਸ ਦਿਨ ਵੀ ਕਹੀ ਸੀ ਕਿ ਤੁਹਾਡੀਆਂ ਲੱਤਾਂ ਭਾਰ ਨਹੀਂ ਚੱਲਦੀਆਂ, ਰੀੜ ਦੀ ਹੱਡੀ ਨਹੀਂ, ਤੁਹਾਨੂੰ ਕੁਰਸੀ ਪਿਆਰੀ ਆ। ਤਦੇ ਬੀਐਸਐਫ ਦੇ ਮੁੱਦੇ ਤੇ ਤਿਵਾੜੀ, ਮਨੀਸ਼ ਤਿਵਾੜੀ ਜੀ ਦੇ ਕਈ ਬਿਆਨ ਆਏ, ਔਰ ਮੈਂ ਉਹੀ ਗੱਲ ਕੀਤੀ। ਮੈਂ ਕਿਹਾ ਸਾਡੀ ਭਾਵਨਾ ਛੱਡੋ, ਯੂ ਆਰ ਨਾਟ ਸੀਰੀਅਸ ਅਬਾਊਟ ਐਨੀ ਕਾਜ਼। ਤੁਹਾਨੂੰ ਪੰਜਾਬ ਪਿਆਰਾ ਨਹੀਂ, ਤੁਹਾਨੂੰ ਕੁਰਸੀ ਪਿਆਰੀ। ਤਦੇ ਬੀਐਸਐਫ ਦੇ ਮੁੱਦੇ ਤੇ ਅੱਜ ਤੱਕ ਸੁਪਰੀਮ ਕੋਰਟ ਨਹੀਂ ਗਿਆ ਅੰਡਰ 131। ਔਰ ਉਹੀ ਹਾਲ ਬਿਜਲੀ ਸਮਝੌਤਿਆਂ 'ਚ ਹੋ ਰਿਹਾ। ਸਭ ਤੋਂ ਵੱਡੀ ਗੱਲ ਉਸ ਦਿਨ ਮੈਂ ਤੁਹਾਨੂੰ ਵਿਖਾਈ ਸੀ ਕਿ ਦੇਖੋ ਬਾਰ-ਬਾਰ ਕਹਿੰਦੇ ਆ ਜੀ 17 ਰੁਪਏ 91 ਪੈਸੇ ਦੇ ਇਹਨਾਂ ਨੇ ਸਮਝੌਤੇ ਕੀਤੇ। ਆ ਮੈਂ ਕੱਢ ਰਿਹਾ ਡਾਕੂਮੈਂਟ, ਆ ਵੇਖ ਲਿਓ ਜੀ ਕੀ ਲਿਖਿਆ ਇਹਦੇ 'ਚ। ਜਵਾਹਰ ਲਾਲ ਨਹਿਰੂ ਨੈਸ਼ਨਲ ਮਿਸ਼ਨ ਸੋਲਰ ਮਿਸ਼ਨ। ਇਹ ਜਵਾਹਰ ਲਾਲ ਨਹਿਰੂ ਨੈਸ਼ਨਲ ਸੋਲਰ ਮਿਸ਼ਨ ਅਸੀਂ ਸ਼ੁਰੂ ਕਰਾਂਗੇ ਕਿ ਕਾਂਗਰਸ ਸ਼ੁਰੂ ਕਰੂ? ਇਸ ਮਿਸ਼ਨ ਤਹਿਤ 100 ਮੈਗਾਵਾਟ ਸਾਰੇ ਦੇਸ਼ 'ਚ ਦਿੱਤਾ ਗਿਆ। ਔਰ ਉਹ ਸਾਰੇ ਦੇਸ਼ 'ਚ ਜਦ ਦਿੱਤਾ ਗਿਆ, ਆ ਮੈਂ ਅਗਲਾ ਕਾਗਜ਼ ਪੜ੍ਹ ਦੇਣਾ ਇਹਦੇ 'ਚ। ਇਹ ਚੋਂ ਦੂਜਾ ਨਹੀਂ, ਤੀਜਾ ਨਹੀਂ, ਤੂੰ ਐ ਕਰ ਚੌਥਾ ਲੈ ਜਾ। 3.2 ਇਹਦੇ 'ਚ ਮੈਂ ਅੰਦਰੋਂ ਪੜ੍ਹ ਰਿਹਾ ਇਹਦੇ। ਆ ਗਿਆ, ਕਹਿੰਦਾ the initial list of projects considered for registration shall be prepared based on projects fulfilling above conditions considering principle of first come first serve। ਇਹਨਾਂ ਨੇ ਕਿਹਾ ਕਿ ਜੀ ਇਹਨਾਂ ਤਾਂ ਟੈਂਡਰ ਹੀ ਨਹੀਂ ਕੀਤੇ। ਇਹ ਕਿਹਨੇ ਕੰਮ ਸ਼ੁਰੂ ਕੀਤਾ? ਡਾਕਟਰ ਮਨਮੋਹਨ ਸਿੰਘ ਜੀ ਨੇ। ਔਰ ਕੀਤਾ ਵੀ ਕਿਹਦੇ ਨਾਂ ਤੇ ਸ਼ੁਰੂ? ਜਿਹਨੂੰ ਇਹ ਠੋਕੋਤਾਲੀ ਮੋਹਨ ਸਿੰਘ ਕਹਿੰਦਾ, ਜਿਹਨੂੰ ਮੁੰਨੀ ਕਹਿੰਦਾ, ਸੋਨੀਆ ਗਾਂਧੀ, ਉਹਦੇ ਪਰਿਵਾਰ ਦੇ ਨਾਂ ਤੇ ਸ਼ੁਰੂ ਹੋਇਆ। ਅਸੀਂ ਨਹੀਂ ਕੀਤਾ, ਗਵਰਨਮੈਂਟ ਆਫ ਇੰਡੀਆ ਦੇ ਪ੍ਰੋਜੈਕਟ ਸੀ। ਦਿੱਤੇ ਵੀ ਗਵਰਨਮੈਂਟ ਆਫ ਇੰਡੀਆ ਨੇ ਫਰਸਟ ਕਮ ਫਰਸਟ ਸਰਵ ਤੇ ਉਹਦੇ 'ਚ ਲਿਖਿਆ ਕੀ ਹੈ ਕਿ 12 ਰੁਪਏ ਮੈਨੂੰ ਲੱਗਦਾ 20-22 ਪੈਸੇ ਗਵਰਨਮੈਂਟ ਆਫ ਇੰਡੀਆ ਦਊਗੀ, ਔਰ 5 ਰੁਪਏ 5.5 ਰੁਪਏ ਆ 5 ਰੁਪਏ 67 ਪੈਸੇ ਸੂਬੇ ਦੀ ਸਰਕਾਰ ਦਊਗੀ। ਔਰ ਉਸ ਐਗਰੀਮੈਂਟ ਨੂੰ ਇਹ ਸਾਈਨ ਕਿਹਨੇ ਕੀਤਾ ਜੀ? ਅੱਗੇ ਮੈਂ ਉਹ ਦਿਖਾ ਦਿੰਦਾ ਤੁਹਾਨੂੰ ਕਾਗਜ਼। ਇੱਕ ਜੈ ਸਿੰਘ ਗਿੱਲ ਸਾਹਿਬ ਨੇ, ਜਿਨ੍ਹਾਂ ਨੂੰ ਇਹਨਾਂ ਨੇ ਲਾਇਆ ਨਾ ਹੁਣ ਉਹ ਆਪਣਾ ਜਿਹੜਾ ਉਹ ਪੇ ਕਮਿਸ਼ਨ ਦਾ ਚੇਅਰਮੈਨ, ਜਿਹਨੂੰ ਐਕਸਟੈਂਸ਼ਨ ਦੇ ਹਾਲੇ ਤੱਕ ਪੇ ਕਮਿਸ਼ਨ ਨਹੀਂ ਲਾਗੂ ਕਰ ਰਹੇ। ਆ ਉਹਨਾਂ ਦੇ ਆ ਕਾਗਜ਼ ਨੇ, ਮੈਂ ਵਿਦ ਪ੍ਰੂਫ ਲਿਆ। ਆ ਕੀ ਨਾਂ ਲਿਖਿਆ? ਸ਼੍ਰੀ ਜੈ ਸਿੰਘ ਗਿੱਲ ਚੇਅਰਮੈਨ ਸਾਹਿਬ, ਜਿਨ੍ਹਾਂ ਨੇ ਆਪ ਇਹ ਕਾਗਜ਼ ਤੇ ਸਾਈਨ ਕਰਕੇ ਅੱਗੇ ਆ ਸਾਰੇ ਉਹਨਾਂ ਦੇ ਸਿਗਨੇਚਰ ਨੇ। ਤੇ ਅੱਗੇ ਕੀ ਲਿਖਦੇ ਆ? ਹਾਵਰ ਅ nominative GBI will be payable to the utility by Indian Renewable Energy Development Agency IREDA. This will be derived and as the difference between solar power tariff determined by CERC. CERC मतलब Central Regulator Commission for the concerned solar generation technology less an assumed price of 5.5 ਰੁਪਏ। ਕੱਲਾ 5 ਰੁਪਏ ਕੁਛ ਪੈਸੇ। ਜਦੋਂ ਸੋਲਰ ਕਿੰਨੇ ਦਾ ਲੱਗਦਾ ਸੀ? 15-16 ਕਰੋੜ ਦਾ। ਔਰ ਇਹ ਸਾਰੇ ਪ੍ਰੋਜੈਕਟ ਇਹਨਾਂ ਦੀ ਮੈਂ ਲਿਸਟ ਅੱਗੇ ਜਾਰੀ ਕਰ ਰਿਹਾ। ਆ ਸਾਰੀ ਲਿਸਟ ਹੈ। ਗਵਰਨਮੈਂਟ ਆਫ ਇੰਡੀਆ ਨੇ ਆਲ ਇੰਡੀਆ 'ਚ ਪ੍ਰੋਜੈਕਟ ਦਿੱਤੇ। ਕਹਿਣ ਦਾ ਭਾਵ ਕਿ ਪੰਜਾਬ ਦਾ ਉਹਦੇ 'ਚ ਕੁਛ ਨਹੀਂ ਸੀ, ਕੱਲੀ ਅਲਾਟਮੈਂਟ ਸੀ ਗਵਰਨਮੈਂਟ ਆਫ ਇੰਡੀਆ ਦੀ। ਔਰ ਉਹਦੇ ਤੇ ਮੈਸੇਜ ਵੀ ਸਤਿਕਾਰਯੋਗ ਡਾਕਟਰ ਮਨਮੋਹਨ ਸਿੰਘ ਜੀ ਜਾਰੀ ਕਰਦੇ, ਜਿਹੜਾ ਮੈਂ ਅੱਗੇ ਪੜ੍ਹ ਕੇ ਤੁਹਾਨੂੰ ਸੁਣਾ ਦਿੰਦਾ, ਕਿਤੇ ਇਹਨਾਂ ਨੂੰ ਹੋਵੇ ਕਿ ਮਜੀਠੀਆ ਡਾਕਟਰ ਫਰੂਕ ਅਬਦੁੱਲਾ ਜੀ ਦਾ ਮੈਸੇਜ। ਔਰ ਉਸ ਤੋਂ ਅੱਗੇ ਜਾ ਕੇ
ਆ ਡਾਕਟਰ ਮਨਮੋਹਨ ਸਿੰਘ ਜੀ ਦਾ ਮੈਸੇਜ ਲੈ ਲਓ, ਫੜ ਲਓ ਪੂਛ ਇਹਨੂੰ ਕਹਿ, ਕਾਲੀਆਂ ਨੂੰ ਕਰੀ ਜਾਂਦਾ ਕਿ ਇਹਨਾਂ ਨੇ ਕਰਤਾ ਉਹਨਾਂ ਨੇ ਕਰਤਾ। ਜੇ ਹਿੰਮਤ ਹੈ ਹੁਣ ਮੈਂ ਕਹਿੰਦਾ ਚੰਨੀ ਸਾਹਿਬ ਦੇ ਪਰਚਾ ਫਿਰ ਅੱਜ ਮਨਮੋਹਨ ਸਿੰਘ ਡਾਕਟਰ ਸਾਹਿਬ ਦਾ ਕੰਮ ਹੈ। D5 ਚੈਨਲ ਪੰਜਾਬੀ ਲਈ ਚੰਡੀਗੜ੍ਹ ਤੋਂ ਹਰਜੀਤ ਮਠਾੜੂ ਦੀ ਰਿਪੋਰਟ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗਿਆਨੀ ਸਾਹਿਬ ਸਿੰਘ ਜੀ ਸ਼ਾਹਬਾਦ ਮਾਰਕੰਡਾ ਵਾਲਿਆਂ ਨਾਲ ਕਰੋ ਸਿੱਧੀ ਗੱਲਬਾਤ ਤੇ ਜਾਣੋ ਗੁਰਬਾਣੀ ਦੇ ਅਰਥ। ਰੋਜ਼ਾਨਾ ਪਾਠ ਕਰਨ ਵਾਲੇ ਇਹ ਪ੍ਰੋਗਰਾਮ ਜ਼ਰੂਰ ਦੇਖਣ ਤੇ ਗੁਰੂ ਸਾਹਿਬ ਦੀਆਂ ਅਸੀਸਾਂ ਦੇ ਪਾਤਰ ਬਣਨ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਗੁਰਬਾਣੀ ਗਿਆਨ, ਐਤਵਾਰ ਸਵੇਰੇ 7 ਤੋਂ 8 ਵਜੇ ਤੱਕ D5 ਚੈਨਲ ਪੰਜਾਬੀ ਤੇ। ਕੀ ਹੁੰਦੀ ਹੈ ਜਮਾਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com ਕਾਨੂੰਨ ਜਾਇਦਾਦ ਦਾ।